हेलो गाइस, ਅੱਜ ਆਪਾਂ ਰਾਈਟਿੰਗ ਟਾਸਕ 2 ਕਰਨ ਜਾ ਰਹੇ ਹਾਂ। Many high school students take part-time jobs. What are the advantages and disadvantages of this? ਕਹਿੰਦੇ ਜ਼ਿਆਦਾਤਰ ਹਾਈ ਸਕੂਲ ਦੇ ਸਟੂਡੈਂਟਸ ਪਾਰਟ ਟਾਈਮ ਜੋਬ ਕਰ ਰਹੇ ਆ। ਇਹਦੇ ਐਡਵਾਂਟੇਜ ਕੀ ਆ ਤੇ ਇਹਦੇ ਡਿਸਐਡਵਾਂਟੇਜਸ ਕੀ ਹੈਗੇ ਆ। ਬੱਚੇ ਜਦੋਂ ਆਪਾਂ ਰਾਈਟਿੰਗ ਟਾਸਕ 2 ਕਰਦੇ ਹਾਂ ਆਪਾਂ ਬਹੁਤ ਜ਼ਿਆਦਾ ਇਹ ਗੜਬੜ ਕਰ ਜਾਂਦੇ ਹਾਂ ਵਿੱਚ ਕਿ ਆਪਾਂ ਇੰਟਰੋਡਕਸ਼ਨ ਵਾਲੇ ਪੈਰਾਗ੍ਰਾਫ ਦੇ ਵਿੱਚ ਉਹਦੀ ਇੰਟਰੋਡਕਸ਼ਨ ਲਿਖਣ ਦੀ ਬਜਾਏ ਉੱਥੇ ਸਟਾਰਟ ਕਰ ਦਿੰਦੇ ਹਾਂ ਦੇ ਐਡਵਾਂਟੇਜਸ ਡਿਸਐਡਵਾਂਟੇਜਸ ਜਾਂ ਉਹਦੇ ਬਾਰੇ ਆਪਾਂ ਗੱਲ ਦੱਸਣ ਲੱਗ ਜਾਂਦੇ ਹਾਂ। ਇਹ ਸਾਰਾ ਕੁਛ ਨਹੀਂ ਕਰਨਾ। ਆਪਾਂ ਇੰਟਰੋਡਕਸ਼ਨ ਦੇ ਵਿੱਚ ਸਿਰਫ ਤੇ ਸਿਰਫ ਰੀਫਰੇਜ਼ਿੰਗ ਕਰਨੀ ਆ। ਚਲੋ ਦੇਖਦੇ ਹਾਂ ਆਪਾਂ ਇੰਟਰੋਡਕਸ਼ਨ ਕਿੱਦਾਂ ਬਣਾ ਸਕਦੇ ਹਾਂ। It is common practice nowadays for high school students to get a part-time job either for financial reasons or to acquire professional life skills। ਇਹ ਬਹੁਤ ਕਾਮਨ ਜੀ ਗੱਲ ਆ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਹਾਈ ਸਕੂਲ ਦੇ ਸਟੂਡੈਂਟਸ ਵਾਸਤੇ ਪਾਰਟ ਟਾਈਮ ਜੋਬ ਕਰਨਾ ਫਾਈਨੈਂਸ਼ੀਅਲ ਰੀਜ਼ਨਸ ਵਾਸਤੇ ਜਾਂ ਫਿਰ ਪ੍ਰੋਫੈਸ਼ਨਲ ਲਾਈਫ ਸਕਿੱਲ ਵਾਸਤੇ। ਸਿਰਫ ਫ੍ਰੀ ਫਰੇਜ਼ਿੰਗ ਕੀਤੀ ਗਈ ਹੈ। ਦਿਸ ਐਵਰ increasing trend has undoubtedly many negative ramifications with it. This essay will look at the positive and negative side of such a practice। ਉਹੀ ਗੱਲ ਕੀਤੀ ਗਈ ਹੈ। ਇਹਦੇ ਸਿਰਫ ਐਡਵਾਂਟੇਜਸ ਤੇ ਡਿਸਐਡਵਾਂਟੇਜਸ ਦੇ ਉੱਤੇ ਜਿਹੜੇ ਇਹ ਐਸੇ ਆ ਉਹ ਗੱਲ ਕਰੂਗਾ। ਹੁਣ ਪਹਿਲਾਂ ਆਪਾਂ ਇਹਦੇ ਐਡਵਾਂਟੇਜਸ ਬਾਰੇ ਗੱਲ ਕਰ ਲੈਂਦੇ ਹਾਂ। ਆਪਾਂ ਦੇਖਣਾ ਵਾ ਕਿ ਆਪਾਂ ਇਹਦੇ ਐਡਵਾਂਟੇਜਸ ਕਿਸ ਤਰ੍ਹਾਂ ਲਿਖ ਸਕਦੇ ਹਾਂ। ਚਲੋ ਦੇਖਦੇ ਹਾਂ। ਟੂ ਬਿਗਿਨ ਵਿਦ ਸ਼ੁਰੂਆਤ ਕਰਦੇ ਹਾਂ। ਹਾਈ ਸਕੂਲ ਸਟੂਡੈਂਟਸ ਕੈਨ ਬੈਨੀਫਿਟ ਫਰੋਮ ਪਾਰਟ ਟਾਈਮ ਇੰਪਲੋਇਮੈਂਟ ਇਨ ਸੋ ਮੈਨੀ ਵੇਜ਼। ਕਹਿੰਦੇ ਕਿ ਹਾਈ ਸਕੂਲ ਦੇ ਜਿਹੜੇ ਸਟੂਡੈਂਟਸ ਆ ਉਹ ਬੈਨੀਫਿਟ ਲੈ ਸਕਦੇ ਆ ਪਾਰਟ ਟਾਈਮ ਜੋਬਸ ਤੋਂ ਇੰਪਲੋਇਮੈਂਟ ਤੋਂ ਬਹੁਤ ਸਾਰੇ ਵੇਜ਼ ਦੇ ਨਾਲ ਬਹੁਤ ਸਾਰੇ ਤਰੀਕਿਆਂ ਦੇ ਨਾਲ। ਫਰਸਟਲੀ ਪਹਿਲਾ ਤਰੀਕਾ ਕੀ ਆ ਇਟ ਹੈਲਪਸ ਦੈਮ ਆਲ ਸਭ ਦੀ ਮਦਦ ਕਰਦਾ ਸਪੈਸ਼ਲੀ ਦਾ ਪੂਅਰ ਵਨਸ ਜੋ ਪੂਅਰ ਹੁੰਦੇ ਆ ਟੂ ਬਿਕਮ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਫਾਈਨੈਂਸ਼ੀਅਲੀ ਤੌਰ 'ਤੇ ਇੰਡੀਪੈਂਡੈਂਟ ਹੋਣ ਵਾਸਤੇ। ਦੇਖੋ ਫਾਈਨੈਂਸ਼ੀਅਲ ਤੌਰ 'ਤੇ ਕਿੱਦਾਂ ਇੰਡੀਪੈਂਡੈਂਟ ਹੋਣਗੇ ਜਦੋਂ ਉਹ ਆਪ ਕੰਮ ਕਰਨ ਲੱਗ ਗਏ। ਉਹਨਾਂ ਨੂੰ ਆਪਣੀ ਜਿਹੜੀਆਂ ਡੇਲੀ ਦੀਆਂ ਨੀਡਸ ਆ ਉਹਨਾਂ ਵਾਸਤੇ ਆਪਣੀ ਫੈਮਿਲੀ ਮੈਂਬਰਸ 'ਤੇ ਡਿਪੈਂਡ ਨਹੀਂ ਰਹਿਣਾ ਪਊਗਾ। ਉਹੀ ਗੱਲ ਲਿਖੀ ਗਈ ਹੈ ਇੱਥੇ ਮੀਨਿੰਗ ਦੈਟ ਦੇ ਨੋ ਲੋਂਗਰ ਨੀਡ ਟੂ ਰਿਲੇ ਔਨ ਦੇਅਰ ਪੇਰੈਂਟਸ ਔਰ ਫੈਮਿਲੀ ਫॉर ਡੇ ਟੂ ਡੇ ਨੀਡਸ। ਆਲਸੋ ਬੀਇੰਗ ਇੰਡੀਪੈਂਡੈਂਟ ਡਿਵੈਲਪਸ ਅ ਸੈਂਸ ਆਫ ਰਿਸਪੋਂਸੀਬਿਲਿਟੀ। ਇੰਡੀਪੈਂਡੈਂਟ ਹੋਣ ਨਾਲ ਕੀ ਹੁੰਦਾ ਵਾ ਸੈਂਸ ਆਫ ਰਿਸਪੋਂਸੀਬਿਲਿਟੀ ਆਉਂਦੀ ਆ। ਕਿੱਦਾਂ ਵਿੱਚ ਮੇ ਬੀ ਪ੍ਰੂਵਨ ਐਕਸਟ੍ਰੀਮਲੀ ਹੈਲਪਫੁਲ ਇਨ ਲੇਟਰ ਲਾਈਫ। ਜਿਹੜੀ ਆਪਣੀ ਬਾਅਦ ਵਿੱਚ ਜਿਹੜੀ ਲਾਈਫ ਹੋਣੀ ਆ ਉਹਦੇ ਵਾਸਤੇ ਬਹੁਤ ਸਾਰੀ ਜਿਹੜੀ ਇਹ ਫਾਇਦੇਮੰਦ ਹੋਊਗੀ। ਇਨ ਐਡੀਸ਼ਨ ਟੂ ਦਿਸ ਇਸ ਤੋਂ ਇਲਾਵਾ ਹੈਵਿੰਗ ਅ ਪਾਰਟ ਟਾਈਮ ਜੋਬ ਵੁੱਡ ਮੀਨ ਫੋਲੋਇੰਗ ਅ ਡੇਲੀ ਹੈਕਟਿਵ ਰੂਟੀਨ ਐਂਡ ਮੈਨੇਜਿੰਗ ਦਾ ਸਟ੍ਰੈਸ ਆਫ ਅ ਜੋਬ। ਕਹਿੰਦੇ ਆ ਕਿ ਪਾਰਟ ਟਾਈਮ ਜੋਬ ਮਿਲਣ ਦੇ ਨਾਲ ਆਪਾਂ ਨੂੰ ਕੀ ਹੋਊਗਾ ਕਿ ਆਪਣਾ ਹੈਕਟਿਕ ਸ਼ਡਿਊਲ ਹੋ ਜਾਊਗਾ ਡੇਲੀ ਦਾ ਜਿਹਦੇ ਕਰਕੇ ਆਪਣਾ ਸਟ੍ਰੈਸ ਹੋਊਗਾ ਜੋਬ ਦਾ। ਅਤੇ ਜੇ ਸਟ੍ਰੈਸ ਹੋਊਗਾ ਆਪਾਂ ਵੱਖਰੇ ਵੱਖਰੇ ਚੈਲੰਜਿਸ ਜਿਹੜੇ ਆ ਰੋਜ਼ ਫੇਸ ਕਰਾਂਗੇ ਜਿਹਦੇ ਕਰਕੇ ਜੇ ਆਪਣੀ ਲਾਈਫ ਦੇ ਵਿੱਚ ਕੋਈ ਡਿਫੀਕਲਟ ਲੈਵਲ ਆਉਂਦਾ ਕੋਈ ਡਿਫੀਕਲਟ ਚੈਲੰਜ ਆਉਂਦਾ ਤਾਂ ਆਪਾਂ ਉਹਨੂੰ ਈਜ਼ਲੀ ਮੀਟ ਕਰ ਸਕਦੇ ਹਾਂ। ਵਿਚ ਮੇਕਸ ਦੈਮ ਸਟਰੋਂਗ ਇਨਫ ਟੂ ਫੇਸ ਦ ਚੈਲੰਜਿਸ ਆਫ ਪ੍ਰੈਕਟੀਕਲ ਲਾਈਫ। ਚਲੋ ਗਾਇਸ ਇਹ ਤਾਂ ਹੈਗੇ ਸੀਗੇ ਐਡਵਾਂਟੇਜਸ। ਹੁਣ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਜਿਹੜੇ ਐਡਵਾਂਟੇਜਸ ਦਾ ਆਊਟਵੇ ਕਿਉਂਕਿ ਜਿਹੜੇ ਦਾ ਡਿਸਐਡਵਾਂਟੇਜ ਉਹ ਸਿਰਫ 1 ਜਾਂ 2 ਹੋਣਗੇ। However, it is not wrong to say that such a practice has devastating consequences। ਕਹਿੰਦੇ ਗਲਤ ਨਹੀਂ ਹੋਊਗਾ ਕਹਿਣਾ ਕਿ ਜਿਹੜੀ ਪ੍ਰੈਕਟਿਸ ਹੈਗੀ ਆ ਇਹਦੇ ਜਿਹੜੇ ਮਾੜੇ ਨਤੀਜੇ ਵੀ ਹੈਗੇ ਆ ਔਨ ਐਕੈਡੈਮਿਕ ਪਰਫਾਰਮੈਂਸ ਆਫ ਹਾਈ ਸਕੂਲ ਚਿਲਡਰਨ। ਜਿਹੜੇ ਹਾਈ ਸਕੂਲ ਚਿਲਡਰਨ ਹੈਗੇ ਆ ਉਹਨਾਂ ਦੀ ਜਿਹੜੀ ਸਟੱਡੀ ਆ ਉਹਨ 'ਤੇ ਬੜਾ ਮਾੜਾ ਪ੍ਰਭਾਵ ਪੈ ਰਿਹਾ ਵਾ। ਕਿੱਦਾਂ ਇਟ ਇਜ਼ obvious that students have to dedicate a great deal of time। ਕਹਿੰਦੇ ਬਿਲਕੁਲ ਕਲੀਅਰ ਆ ਕਿ ਸਟੂਡੈਂਟਸ ਜਿਹੜੇ ਆ ਡੈਡੀਕੇਟ ਕਰਦੇ ਆ ਆਪਣਾ ਬਹੁਤ ਜਿਹੜਾ ਸਮਾਂ ਵਾ ਆਪਣੇ ਸਿਰਫ ਕੰਮ 'ਤੇ ਡੈਡੀਕੇਟ ਕਰਨਗੇ। ਹੁਣ ਨੋਰਮਲ ਜੀ ਗੱਲ ਆ ਜਦੋਂ ਆਪਾਂ ਨੂੰ ਕੋਈ ਪਾਰਟ ਟਾਈਮ ਜੋਬ ਮਿਲਦੀ ਜਾਂ ਆਪਾਂ ਕੋਈ ਵੀ ਜੋਬ ਕਰਦੇ ਹਾਂ ਅਤੇ ਆਪਾਂ ਹਮੇਸ਼ਾ ਹੀ ਆਪਣਾ ਜਿਹੜਾ ਪੂਰੀ ਅਟੈਂਸ਼ਨ ਉਸ ਚੀਜ਼ ਨੂੰ ਦਿੰਦੇ ਹਾਂ ਕਿਉਂਕਿ ਆਪਾਂ ਉਹਨਾਂ ਤੋਂ ਅਰਨ ਕਰਨਾ ਚਾਹੁੰਦੇ ਹਾਂ ਮਨੀ। ਅਤੇ ਆਪਾਂ ਨੂੰ ਪਤਾ ਵੀ ਆਪਣੀਆਂ ਜ਼ਿਆਦਾਤਰ ਜਿਹੜੀਆਂ ਜ਼ਰੂਰਤਾਂ ਵਾ ਸਿਰਫ ਮਨੀ 'ਤੇ ਡਿਪੈਂਡ ਕਰਦੀਆਂ ਹੈਗੀਆਂ ਵਾ। ਸੋ ਆਪਾਂ ਆਪਣੀ ਪੂਰੀ ਜਿਹੜੀ ਡੈਡੀਕੇਸ਼ਨ ਪੂਰਾ ਫੋਕਸ ਜਿਹੜਾ ਵਾ ਸਟੱਡੀ ਦੀ ਬਜਾਏ ਆਪਾਂ ਉਹ ਕੰਮ 'ਤੇ ਦੇਣ ਲੱਗ ਜਾਂਦੇ ਹਾਂ ਜਿਹਦੇ ਕਰਕੇ ਜਿਹੜਾ ਆਪਣਾ ਰਿਜ਼ਲਟ ਐਕੈਡੈਮਿਕ ਪਰਫਾਰਮੈਂਸ 'ਤੇ ਉਹ ਪੂਅਰ ਆਉਂਦਾ ਵਾ। ਹੁਣ ਇਹੀ ਗੱਲ ਇੱਥੇ ਲਿਖਿਆ ਗਿਆ ਵਾ students have to dedicate a great deal of time to their work leaving them with barely any time to concentrate on their studies। ਉਹ ਜਿਹੜਾ ਸਟੱਡੀ 'ਤੇ ਕੌਨਸਨਟਰੇਟ ਕਦੀ ਕਦਾਈ ਹੀ ਕਰ ਸਕਦੇ ਆ। ਐਜ਼ ਅ ਰਿਜ਼ਲਟ देयर परफॉर्मेंस एट स्कूल सफ़र बैडली। ਜਿਹਦੇ ਨਾਲ ਕੀ ਹੁੰਦਾ ਵਾ
ਕਿ ਜਿਹੜੀ ਸਕੂਲ ਦੀ ਜਿਹੜੀ ਪਰਫਾਰਮੈਂਸ ਹੋ ਜਾਂਦੀ ਆ, ਸਟੱਡੀ ਜਿਹੜੀ ਆ ਉਹ ਬਹੁਤ ਜ਼ਿਆਦਾ ਘੱਟ ਜਾਂਦੀ, ਬੱਚੇ ਦੀ ਪਰਫਾਰਮੈਂਸ ਖਰਾਬ ਹੋਣ ਲੱਗ ਜਾਂਦੀ ਆ। ਸਟੱਡੀ ਇਨ ਐਗਜ਼ਾਮਪਲ ਦਿੱਤੀ ਗਈ ਕੋ ਆ ਸਟੱਡੀ ਇਨ ਚਾਈਨਾ ਪ੍ਰੂਵਸ ਦੈਟ ਬਾਈ unveiling their result, a staggering number of students with poor academic result were those with part-time job। ਕਹਿੰਦੇ ਕਿ ਸਟੱਡੀ ਕੀਤੀ ਕਿ ਚਾਈਨਾ ਦੇ ਵਿੱਚ ਜਿਹਦੇ ਨਤੀਜੇ ਸਾਨੂੰ ਇਹ ਪਤਾ ਲੱਗਦਾ ਵਾ ਕਿ ਕਾਫੀ ਜਿਹੜੇ ਸਟੂਡੈਂਟਸ ਹੈਗੇ ਆ ਜਿਨ੍ਹਾਂ ਦੀ ਐਕੈਡੈਮਿਕਸ ਪਰਫਾਰਮੈਂਸ ਪੂਰ ਹੈਗੀ ਉਹ ਤਾਂ ਪੂਰ ਆ ਕਿਉਂਕਿ ਉਹ ਪਾਰਟ ਟਾਈਮ ਜੋਬ ਕਰ ਰਹੇ ਆ ਅਤੇ ਆਪਣੀ ਜਿਹੜੀ ਸਟੱਡੀ ਵੱਲ ਘੱਟ ਧਿਆਨ ਦੇ ਰਹੇ ਆ। Hence, it is clear that such a trend can affect students in a negative way। ਤੇ ਐਸੇ ਕਰਕੇ ਕਲੀਅਰ ਹੋ ਜਾਂਦਾ ਵਾ ਕਿ ਜਿਹੜਾ ਇਹ ਵਾਲਾ ਇਫੈਕਟ ਹੈਗਾ ਵਾ ਸਟੂਡੈਂਟਸ ਨੂੰ ਜਿਹੜਾ ਨੈਗੇਟਿਵ ਵੇ ਦੇ ਵਿੱਚ ਇਫੈਕਟ ਕਰਦਾ ਵਾ, ਮਾੜਾ ਹੀ ਹੁੰਦਾ ਵਾ ਉਹਨਾਂ ਵਾਸਤੇ, ਸਟੂਡੈਂਟਸ ਵਾਸਤੇ, ਕਿਉਂਕਿ ਉਹਨਾਂ ਜਿਹੜੀ ਐਕੈਡੈਮਿਕ ਪਰਫਾਰਮੈਂਸ ਪੂਰ ਹੋ ਜਾਂਦੀ। ਹੁਣ ਤਾਂ ਦੇਖੋ ਪਾਰਟ ਟਾਈਮ ਜੋਬ ਕਰਕੇ ਉਹਨਾਂ ਦਾ ਐਡਵਾਂਟੇਜ ਲੈ ਰਹੇ ਆ, ਪਰ ਕੱਲ੍ਹ ਨੂੰ ਜਦੋਂ ਉਹਨਾਂ ਨੇ ਵੱਡੇ ਲੈਵਲ 'ਤੇ ਕੋਈ ਜੋਬ ਕਰਨੀ ਹੋਊਗੀ ਫਿਰ ਉਹਨਾਂ ਨੂੰ ਪ੍ਰੋਬਲਮ ਆਊਗੀ, ਕਿਉਂਕਿ ਉਹਨਾਂ ਤੋਂ ਜਿਹੜੇ ਗੁੱਡ ਸਰਟੀਫਿਕੇਟਸ ਨਹੀਂ ਹੋਣਗੇ, ਗੁੱਡ ਡਿਗਰੀਜ਼ ਨਹੀਂ ਹੋਣਗੇ, ਉਹਨਾਂ ਤੋਂ ਗੁੱਡ ਮਾਰਕਸ ਨਹੀਂ ਹੋਣਗੇ, ਜਿਹਦੇ ਕਰਕੇ ਉਹ ਵਧੀਆ ਜਿਹੜੀਆਂ ਜੋਬਸ ਕਰ ਨਹੀਂ ਸਕਦੇ, ਜਿਹੜਾ ਉਹਨਾਂ ਦਾ ਫਿਊਚਰ ਆ ਉਹ ਵੀ ਖਰਾਬ ਹੋ ਸਕਦਾ ਵਾ। ਹੁਣ ਆਪਾਂ ਕਨਕਲੂਡ ਕਰਦੇ ਹਾਂ। To conclude, doing a part-time employment has many benefits like financial stability and development of mental strength for the future। ਪਾਰਟ ਟਾਈਮ ਜੋਬ ਕਰਨ ਦੇ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਐਡਵਾਂਟੇਜ ਤਾਂ ਹੈਗੇ, ਜਿੱਦਾਂ ਕਿ ਫਾਈਨੈਂਸ਼ੀਅਲ ਸਟੈਬਿਲਿਟੀ ਮਿਲਦੀ ਆ ਅਤੇ ਦੂਜਾ ਮੈਂਟਲ ਸਟਰੈਂਥ ਉਹਨਾਂ ਦੀ ਜਿਹੜੀ ਡਿਵੈਲਪ ਹੁੰਦੀ। ਕਿੱਦਾਂ? ਕਿਉਂਕਿ ਜਦੋਂ ਉਹ ਫੇਸ ਕਰਦੇ ਆ ਨਵੇਂ ਚੈਲੰਜਿਸ ਆਪਣੀ ਜਿਹੜੀ ਜੋਬ 'ਤੇ ਉਹਨਾਂ ਦਾ ਜਿਹੜਾ ਦਿਮਾਗ ਆ ਇੱਕ ਤਰ੍ਹਾਂ ਦਾ ਐਕਟਿਵ ਹੀ ਹੋ ਜਾਂਦਾ ਵਾ ਕਿ ਜਿਹੜੀ ਆਪਣੀ ਲਾਈਫ ਦੇ ਵਿੱਚ ਕਿਸੇ ਵੀ ਪ੍ਰੋਬਲਮ ਨੂੰ ਈਜ਼ਲੀ ਸੋਲਵ ਕਰ ਸਕਦੇ ਆ। ਹਾਊਐਵਰ ਦਾ ਮੇਜਰ ਡਰੋਬੈਕ ਇਜ਼ ਨੋਟ ਬੀ ਇਗਨੋਰਡ। ਜਿਹੜਾ ਦਾ ਮੇਜਰ ਡਰੋਬੈਕ ਹੈਗਾ ਵਾ ਉਹਨੂੰ ਕਦੀ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ। ਸੋ ਇਸ ਤਰ੍ਹਾਂ ਆਪਾਂ ਰਾਈਟਿੰਗ ਟਾਸਕ ਆਪਣਾ 2 ਲਿਖ ਸਕਦੇ ਹਾਂ। ਅਤੇ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ